ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਣੇ ਮਨ ਨੂੰ ਹਾਜ਼ਰ ਕਰੀਏ, ਕਿਉਂਕਿ ਮਨ ਇਸ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਜਿਵੇਂ ਸੂਈ ਵਿੱਚੋਂ ਧਾਗਾ ਨਿਕਲ ਜਾਂਦਾ ਹੈ। ਜਦੋਂ ਸੂਈ ਵਿੱਚੋਂ ਧਾਗਾ ਨਿਕਲ ਜਾਵੇ ਤੇ ਫਿਰ ਕੱਪੜਾ ਸੀਤਾ ਨਹੀਂ ਜਾਂਦਾ। ਧਿਆਨ ਨੂੰ ਧੰਨ ਧੰਨ ਸਾਹਿਬ ਸਤਿਗੁਰੂ ਜੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਨਾ ਕਰੀਏ, ਤਾਂ ਕਿ ਇਸ ਮਨ ਨੂੰ ਕੋਈ ਸਮਝ ਪੈ ਜਾਵੇ। ਪਵਿੱਤਰ ਪਾਵਨ ਗੁਰਬਾਣੀ ਦੀ ਸਿੱਖਿਆ ਇਸ ਮਨ ਦੇ ਪੱਲੇ ਪੈ ਜਾਵੇ। ਕਿਉਂਕਿ ਜਿੰਨੇ ਅਪਰਾਧ, ਪਾਪ, ਗੁਨਾਹ, ਭੁੱਲਾਂ, ਗਲਤੀਆਂ, ਵੈਰ ਵਿਰੋਧ ਕਰਦਾ ਹੈ, ਮਨ ਕਰਦਾ ਹੈ, ਗੁਣ ਵੀ ਗਾਉਂਦਾ ਹੈ, ਪਰ ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਦਿਲ ਕਰਕੇ, ਆਪਣੇ ਦਿਲ ਨਾਲ ਮਿਲ ਕੇ, ਚਿੱਤ ਨਾਲ ਮਿਲ ਕੇ ਗੁਣ ਨਹੀਂ ਗਾਉਂਦਾ, ਜਿਸ ਕਰਕੇ ਦੁੱਖ ਪਾਉਂਦਾ ਹੈ। ਗੁਰਬਾਣੀ ਗੁਰੂ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਘਰ ਜਦੋਂ ਇਹ ਮਨ ਜੁੜ ਜਾਵੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਗੁਰਬਾਣੀ ਨਾਲ ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਭ ਚਿੰਤਾਵਾਂ ਮੁੱਕ ਜਾਂਦੀਆਂ ਹਨ, ਫਿਕਰ ਮੁੱਕ ਜਾਂਦੇ ਹਨ, ਡਰ ਭੈ ਵੈਰ ਵਿਰੋਧ ਸਭ ਮਨ ਵਿੱਚੋਂ ਚਲੇ ਜਾਂਦੇ ਹਨ। ਮਨ ਸਾਫ ਸੁਥਰਾ ਹੋ ਜਾਂਦਾ ਹੈ, ਜਿਵੇਂ ਕੱਪੜਾ ਧੋਤਾ ਜਾਂਦਾ ਹੈ। ਮੋਤ ਪਲੀਤੀ ਕੱਪੜ ਹੋਏ, ਬੱਚਿਆਂ ਦੇ ਕੱਪੜੇ ਪਲੀਤ ਹੋ ਜਾਂਦੇ ਹਨ, ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ। ਮਾਂ ਜਿਹੜੀ ਹੈ ਧੋ ਬਣਾ ਕੇ ਸੁੱਕਣੇ ਪਾ ਦਿੰਦੀ ਹੈ ਲਾਂ ਤੇ, ਉਹੀਓ ਕੱਪੜੇ ਬੱਚੇ ਫਿਰ ਮੁੜ ਕੇ ਪਾ ਲੈਂਦੇ ਹਨ। ਗੁਰਬਾਣੀ ਵੀ ਸਾਡੀ ਕੋਈ ਵੀ ਉਮਰ ਹੋਵੇ, ਗੁਰਬਾਣੀ ਸਾਡੀ ਮਾਤਾ ਹੈ, ਕਿਉਂਕਿ ਸਾਡੇ ਵਾਹਿਗੁਰੂ ਜੀ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਹਨ। ਰੋਜ਼ ਪੜ੍ਹਦੇ ਹਾਂ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਵਾਹਿਗੁਰੂ ਜੀ ਅਸੀਂ ਤੁਹਾਡੇ ਬਾਲਕ ਹਾਂ, ਤੇ ਬਾਲਕ ਮੁਗਧ ਹੁੰਦੇ ਹਨ, ਸਮਝ ਨਹੀਂ ਹੁੰਦੀ ਬੱਚਿਆਂ ਨੂੰ। ਅਰਦਾਸ ਵੀ ਕਰੀਦੀ ਹੈ, ਹਮ ਬਾਰਿਕ ਮੁਗਧ ਏਆਨ ਪਿਤਾ ਸਮਝਾ ਮਹਿੰਗੇ। ਵਾਹਿਗੁਰੂ ਜੀ ਤੁਸੀਂ ਮੇਰੇ ਪਿਤਾ ਹੋ। ਹਰ ਇੱਕ ਨੇ ਕਹਿਣਾ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਰਿਸ਼ਤੇਦਾਰ ਹੈ। ਕਿਉਂਕਿ ਰਿਸ਼ਤਿਆਂ ਵਿੱਚ ਸਭਨਾਂ ਵਿੱਚ ਤੁਸਾਂ ਹੀ ਵਾਹਿਗੁਰੂ ਜੀ ਸਭ ਨੂੰ ਬੰਨ੍ਹ ਦਿੱਤਾ ਹੈ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਵਾਹਿਗੁਰੂ ਜੀ ਮੇਰਾ ਬੰਧਪ ਹੈ, ਰਿਸ਼ਤੇਦਾਰ ਹੈ, ਤੂੰ ਮੇਰਾ ਭਰਾਤਾ ਹੈ, ਭਰਾ ਹੈ। ਭੈਣ ਭਰਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਇ ਜੀਓ। ਸਤਿਗੁਰੂ ਜੀ ਤੁਹਾਡੇ ਵਰਗਾ ਕੋਈ ਵੀ ਨਹੀਂ।
ਗੁਰਬਾਣੀ ਇਸ ਮਨ ਨੂੰ ਸਮਝਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਗੁਰੂ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਪੂਰੇ ਗੁਰੂ ਹਨ। ਸਾਨੂੰ ਪੂਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਦੇ ਹਨ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜੋ ਜੋ ਵੀ ਗੁਰਬਾਣੀ ਗੁਰਮੁਖ ਪਿਆਰੇ ਸੁਣਦੇ ਹਨ ਜਾਂ ਰਸਨਾ ਦੇ ਨਾਲ ਪੜ੍ਹਦੇ ਹਨ, ਹੱਥਾਂ ਨਾਲ ਸੇਵਾ ਕਰਦੇ ਹਨ, ਪੈਰਾਂ ਨਾਲ ਗੁਰਦੁਆਰਾ ਸਾਹਿਬ ਚੱਲ ਕੇ ਜਾਂਦੇ ਹਨ, ਚੰਗੇ ਰਾਹ 'ਤੇ ਤੁਰਦੇ ਹਨ, ਉਹਨਾਂ ਨੂੰ ਗੁਰਬਾਣੀ ਸਵਾਰ ਦਿੰਦੀ ਹੈ। ਮਾਂ ਜਦੋਂ ਬੱਚਿਆਂ ਨੂੰ ਸਵਾਰਦੀ ਹੈ, ਕਿੰਨੇ ਸੋਹਣੇ ਲੱਗਦੇ ਹਨ। ਗੁਰੂ ਦੇ ਰਾਹ 'ਤੇ, ਵਾਹਿਗੁਰੂ ਜੀ ਦੇ ਰਾਹ 'ਤੇ, ਅਕਾਲ ਪੁਰਖ ਪਰਮੇਸ਼ਰ ਜੀ ਦੇ ਰਾਹ 'ਤੇ ਤੁਰਿਆਂ ਪਾਪ ਸਾਥ ਛੱਡ ਜਾਂਦੇ ਹਨ। ਭੁੱਲਾਂ ਗਲਤੀਆਂ ਸਾਥ ਛੱਡ ਜਾਂਦੀਆਂ ਹਨ। ਕੁਕਰਮ ਸਾਥ ਛੱਡ ਜਾਂਦੇ ਹਨ। ਜਿਨ੍ਹਾਂ ਕਰਮਾਂ ਕਰਕੇ ਦਰਗਾਹ ਦੇ ਵਿੱਚ ਇੱਥੇ ਵੀ ਸਜ਼ਾਵਾਂ ਮਿਲਦੀਆਂ ਹਨ, ਉਹਨਾਂ ਸਾਰਿਆਂ ਤੋਂ ਸਾਥ ਛੁੱਟ ਜਾਂਦਾ ਹੈ। ਪਰ ਛੁੱਟਦਾ ਤਾਂ ਹੈ ਜਦੋਂ ਸੱਚ ਦੇ ਰਾਹ ਵੱਲ ਤੁਰ ਪਵੋ, ਗੁਰੂ ਦੇ ਰਾਹ ਵੱਲ ਤੁਰ ਪਵੋ, ਸਤਿਗੁਰਾਂ ਦੇ ਹੁਕਮ ਨੂੰ ਮੰਨ ਲਵੋ। ਉਸ ਪੰਥ 'ਤੇ, ਉਸ ਰਸਤੇ 'ਤੇ, ਪੰਥ ਰਸਤੇ ਨੂੰ ਆਖਦੇ ਹਨ ਤੁਰ ਪਵੋ। ਪਿਆਰਿਓ, ਜਦ ਤੁਰਾਂਗੇ ਨਹੀਂ ਉਸ ਰਾਹ 'ਤੇ, ਫਿਰ ਕਾਮ ਵੀ ਇਸ ਮਨ ਨੂੰ ਵਸ ਵਿੱਚ ਰੱਖੇਗਾ, ਕ੍ਰੋਧ ਵੀ ਵਸ ਵਿੱਚ ਰੱਖੇਗਾ, ਲੋਭ ਵੀ ਹੱਦੋਂ ਵੱਧ ਪਲ ਜਾਵੇਗਾ, ਕੁੱਕਰ ਬਣ ਜਾਵੇਗਾ, ਲੱਭ ਕੁੱਤਾ। ਇਹ ਰਸਨਾ ਨਾਮ ਜਪਣ ਦੀ ਜਗ੍ਹਾ ਝੂਠ ਬੋਲਦੀ ਰਹੇਗੀ ਸਾਰਾ ਦਿਨ, ਕੂੜ ਚੂਹੜਾ। ਇਹ ਮਨ ਫਿਰ ਠੱਗੀਆਂ ਮਾਰਨ ਲੱਗ ਪਵੇਗਾ ਰਾਤ ਦਿਨੇ। ਇਨ ਠਗਵਾਰੀ ਬਹੁਤ ਘਰ ਗਾਲੇ। ਠੱਗ ਦਿਸ਼ਟ ਬੱਗਾ ਲਿਵ ਲਾਗਾ। ਦ੍ਰਿਸ਼ਟੀ ਠੱਗਾਂ ਵਾਲੀ ਹੋਵੇਗੀ, ਉਂਝ ਬੱਗਾ ਚਿੱਟਾ ਹੋਵੇਗਾ। ਪੜ੍ਹਿਆ ਕਰੋ ਗੁਰਬਾਣੀ ਦੇ ਵਿੱਚੋਂ, ਠੱਗ ਦਿਸ਼ਟ, ਦ੍ਰਿਸ਼ਟੀ ਠੱਗਾਂ ਵਾਲੀ ਹੈ, ਪਰ ਬਸਤਰ ਜਿਹੜੇ ਹਨ ਉਹ ਉਜਲ ਹਨ, ਚਿੱਟੇ ਹਨ। ਠੱਗ ਦਿਸ਼ਟ ਬੱਗਾ ਲਿਵ ਲਾਗਾ। ਇੰਝ ਲੱਗਦਾ ਹੈ ਜਿਵੇਂ ਬਗਲੇ ਨੇ ਲਿਵ ਲਾਈ ਹੋਈ ਹੈ। ਕਿਹੜੇ ਵੇਲੇ ਕੋਈ ਪੂੰਗ ਆਵੇ ਤੇ ਮੈਂ ਲੰਮੀ ਚੁੰਝ ਦੇ ਨਾਲ ਉਹਨੂੰ ਪਕੜ ਕੇ ਘੁੱਟ ਕੇ ਖਾ ਲਵਾਂ। ਪੂਰੇ ਗੁਰੂ ਦੀ ਲੋੜ ਹੈ ਇਸ ਵੇਲੇ। ਨਾ ਅਸੀਂ ਕਲਯੁਗ ਸਤਯੁਗ ਦੇ ਹਾਂ, ਨਾ ਤ੍ਰੇਤੇ ਦੇ, ਨਾ ਦੁਆਪਰ ਦੇ। ਸਾਡਾ ਪ੍ਰੈਜ਼ੈਂਟ ਕਾਲ ਜਿਹੜਾ ਹੈ ਉਹ ਕਲਯੁਗ ਹੈ। ਕਲਯੁਗ ਮਹਿ ਘੋਰ ਅੰਧਾਰ ਹੈ, ਮਨ ਮੁਖ ਰਾਹੋ ਨਾ ਕੋਇ। ਤੇ ਰੱਬ ਦੇ ਰਾਹ ਤੇ ਗੁਰਮੁਖ ਬਣ ਕੇ ਤੁਰਿਆ ਜਾਂਦਾ ਹੈ। ਗੁਰੂ ਵੱਲ ਮੁਖ ਹੋਵੇ ਤਾਂ ਇਸ ਰਸਤੇ ਤੇ ਬੰਦਾ ਤੁਰ ਸਕਦਾ ਹੈ। ਜੇ ਮਨ ਮੁਖਾਂ ਵਾਲਾ ਰਸਤਾ ਹੋਵੇ ਤੇ ਮਨ ਮੁਖਾਂ ਨੂੰ ਵਿਕਾਰ, ਭੁੱਲਾਂ, ਗਲਤੀਆਂ, ਵਿਸ਼ੇ, ਵਿਕਾਰ ਇਹ ਸਭ ਖਾ ਜਾਂਦੇ ਹਨ। ਦੋ ਰਾਹ ਹਨ, ਇੱਕ ਸਤਿਗੁਰੂ ਜੀ ਵਾਲਾ, ਇੱਕ ਦੁਨੀਆ ਦੇ ਲੋਭ ਲਾਲਚਾਂ ਵਾਲਾ, ਵਿਸ਼ਿਆਂ, ਵਿਕਾਰਾਂ, ਲੜਾਈਆਂ ਝਗੜਿਆਂ ਵਾਲਾ। ਨਾਮ ਨਹੀਂ ਯਾਦ ਰਹਿੰਦਾ, ਜਿਨ੍ਹਾਂ ਨਾਲ ਦੁਸ਼ਮਣੀਆਂ ਪਾ ਬਹਿੰਦਾ ਹੈ ਉਹ ਰਾਤ ਦਿਨੇ ਯਾਦ ਰਹਿੰਦੇ ਹਨ। ਇਹ ਜੀਭਾ ਨਾਮ ਨਹੀਂ ਜਪਦੀ, ਝਗੜੇ ਕਰਦੀ ਰਹਿੰਦੀ ਹੈ।
ਝਗੜਾ ਕਰਦਿਆਂ ਅਨ ਦਿਨ ਗੁਜ਼ਰੇ, ਝਗੜਾ ਕਰਦਿਆਂ, ਘਰ ਵਿੱਚ ਝਗੜਾ ਕਰਦਾ ਹੈ, ਕਰਦੀ ਹੈ, ਪਿੰਡ ਵਿੱਚ ਝਗੜਾ ਕਰਦਾ ਹੈ, ਸ਼ਹਿਰ ਵਿੱਚ ਝਗੜਾ ਕਰਦਾ ਹੈ, ਪੂਰੀ ਕੰਟਰੀ ਵਿੱਚ ਝਗੜਾ ਕਰਦਾ ਹੈ, ਮਨ ਝਗੜਿਆਂ ਵੱਲ ਹੀ ਲੱਗਾ ਹੋਇਆ ਹੈ। ਸਤਿਗੁਰ ਜੀ ਸਮਝਾਉਂਦੇ ਹਨ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਝਗੜਿਆਂ ਨੂੰ ਛੱਡ ਦੇ, ਵਾਹਿਗੁਰੂ ਜੀ ਦੇ ਨਾਲ ਜੁੜਿਆ ਕਰ। ਆਪਣੇ ਵੱਲ ਤੱਕ, ਤੇਰੀ ਉਮਰ ਤਾਂ ਝਗੜਾ ਕਰਦਿਆਂ ਨਿਕਲ ਰਹੀ ਹੈ। ਨਾਮ ਕਦੋਂ ਜਪੇਂਗਾ, ਸਿਮਰਨ ਕਦੋਂ ਕਰੇਂਗਾ, ਗੁਰਬਾਣੀ ਕਦੋਂ ਪੜ੍ਹੇਂਗਾ, ਰੱਬ ਰੱਬ ਕਦੋਂ ਕਰੇਂਗਾ। ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ, ਭੂਰ ਦਾੜੀ ਹੋ ਗਈ ਹੈ, ਬਚਪਨ ਚਲਾ ਗਿਆ, ਜਵਾਨੀ ਚਲੇ ਗਈ, ਬੁਢੇਪੇ ਨੇ ਆ ਕੇ ਡੇਰਾ ਲਾਇਆ ਹੋਇਆ ਹੈ, ਕਦੋਂ ਨਾਮ ਜਪੇਂਗਾ। ਤਿੰਨ ਹੀ ਤਾਂ ਸਟੈਪ ਹਨ, ਬਾਲ ਬਚਪਨ, ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਤਿੰਨ ਤੇ ਉਮਰਾਂ ਨੇ ਸਾਰੀਆਂ, ਕਿਹੜੀਆਂ ਕੋਈ ਜ਼ਿਆਦਾ ਉਮਰਾਂ ਨੇ ਜਿਹੜੀਆਂ ਆਸਾਂ ਰੱਖ ਕੇ ਤੂੰ ਬੈਠਾ ਹੈ। ਇਹ ਤਿੰਨਾਂ ਉਮਰਾਂ ਦੇ ਪੜਾਵਾਂ ਤੋਂ ਅੱਗੇ ਕੁਝ ਨਹੀਂ, ਬਿਨਾਂ ਵਾਹਿਗੁਰੂ ਜੀ ਤੋਂ। ਨਰਕ ਹੈ, ਦੁੱਖ ਹੈ ਅੱਗੇ, ਨਰਕ ਘੋਰ ਬਹੁ ਦੁੱਖ ਘਣੇ, ਅਕਿਰਤ ਘਣ ਨਾ ਬਣਿਆ ਕਰ। ਨਾਮ ਨਾ ਜਪਣ ਕਰਕੇ, ਚੰਗੇ ਕਰਮ ਨਾ ਕਰਨ ਕਰਕੇ, ਗੁਰੂ ਦਾ ਦਰ ਘਰ ਛੱਡ ਦੇਣ ਕਰਕੇ, ਵਿਕਾਰਾਂ ਵਿੱਚ ਪੈਣ ਕਰਕੇ, ਬੁਰਾਈਆਂ ਵਿੱਚ ਪੈਣ ਕਰਕੇ, ਤੇਰੇ ਅੱਗੇ ਨਰਕ ਘੋਰ ਆ ਜਾਣਗੇ। ਘੋਰ ਨਰਕ ਜਿੱਥੇ ਦਿਸਦਾ ਵੀ ਕੁਝ ਨਹੀਂ, ਪੁਰਸਲਾਤ ਆ ਜਾਵੇਗਾ। ਜਿਵੇਂ ਹੁਣ ਅਸੀਂ ਸੜਕਾਂ ਤੇ ਤੁਰਦੇ ਹਾਂ, ਕਾਰਾਂ ਮੋਟਰਾਂ ਲਈ ਫਿਰਦੇ ਹਾਂ, ਪੈਦਲ ਵੀ ਤੁਰੇ ਫਿਰਦੇ ਹਾਂ, ਚਾਨਣਾ ਹੈ। ਜਦੋਂ ਦਮ ਨਿਕਲ ਗਏ, ਉਮਰ ਮੁੱਕ ਗਈ। ਕਿਉਂ? ਜਦੋਂ ਉਮਰ ਮੁੱਕ ਗਈ, ਮੁਨਿਆਦ ਮੁੱਕ ਗਈ, ਦਮ ਨਿਕਲਣੇ ਹੀ ਨਿਕਲਣੇ ਹਨ। ਉਹਨਾਂ ਨੇ ਮੁੜ ਕੇ ਨਹੀਂ ਜਾਣਾ ਬੋਡੀ ਵਿੱਚ, ਜਿਹਨੂੰ ਕਹਿੰਦੇ ਨੇ ਸਾਹ, ਸਾਹ ਮੁੜ ਕੇ ਨਹੀਂ ਆਉਣੇ। ਭਾਵੇਂ ਜਿੰਨਾ ਮਰਜ਼ੀ ਛਾਤੀ ਦਬਾਈ ਚੱਲੀਏ, ਦਬਾਈ ਚੱਲੀਏ, ਕੋਈ ਹਾਰਟ ਅਟੈਕ ਆ ਜਾਂਦਾ ਹੈ, ਉਤੋਂ ਘੁੱਟਦੇ ਹਾਂ ਕਿ ਸਾਹ, ਦਮ ਚੱਲ ਪਵੇ, ਦਿਲ ਚੱਲ ਪਵੇ, ਪਰ ਨਹੀਂ ਚੱਲੇਗਾ। ਉਸ ਵੇਲੇ ਜਦੋਂ ਹੁਕਮ ਆ ਗਿਆ, ਕੱਲੇ ਆਵਹਿ ਨਾਨਕਾ ਸਤੇ ਉੱਠੀ ਜਾਹੇ, ਉਦੋਂ ਜਾਣਾ ਹੀ ਪੈਣਾ ਹੈ। ਉਦੋਂ ਜਿਹੜਾ ਰਾਹ, ਜਿਹੜੇ ਰਾਹ ਤੇ, ਕਿਉਂਕਿ ਬੋਡੀ ਤੇ ਜਾਣੀ ਨਹੀਂ, ਇਸ ਮਨ ਨੇ ਤੁਰਨਾ ਹੈ, ਉਹਦਾ ਨਾਮ ਹੈ ਗੁਰਬਾਣੀ ਵਿੱਚ ਪੁਰਸਲਾਤ। ਉੱਥੇ ਅੰਧਕਾਰ ਹੈ, ਹਨੇਰਾ ਹੈ, ਕੁਝ ਨਹੀਂ ਦਿਸਦਾ ਉਸ ਰਸਤੇ ਤੇ। ਉਹਨਾਂ ਨੂੰ ਦਿਸਦਾ ਹੈ ਜਿਹੜੇ ਗੁਰਬਾਣੀ ਪੜ੍ਹਦੇ ਹਨ, ਸੁਣਦੇ ਹਨ, ਗੁਰਬਾਣੀ ਨਾਲ ਪਿਆਰ ਕਰਦੇ ਹਨ, ਅਕਾਲ ਪੁਰਖ ਨਾਲ, ਰੱਬ ਨਾਲ, ਪਰਮੇਸ਼ਰ ਨਾਲ ਮੋਹ ਕਰਦੇ ਹਨ, ਨਿਉ ਕਰਦੇ ਹਨ। ਉਹਨਾਂ ਨੂੰ ਦਿਸੇਗਾ ਗੁਰਬਾਣੀ ਚਾਨਣਾ ਹੈ। ਇੱਥੇ ਵੀ ਲਾਈਟ ਦਿੰਦੀ ਹੈ, ਦੁਨੀਆ ਵਿੱਚ ਵੀ। ਆ ਚੰਗਾ ਹੈ, ਆ ਮਾੜਾ ਹੈ, ਦਿਸਣ ਲੱਗ ਪੈਂਦਾ ਹੈ। ਜੋ ਗੁਰੂ ਦੇ ਰਾਹ ਤੇ ਚੱਲਦੇ ਹਨ, ਗੁਰਮੁਖ ਹਨ, ਜਿਨ੍ਹਾਂ ਦਾ ਮੁਖ ਮੂੰਹ ਗੁਰੂ ਵੱਲ ਹੈ। ਸਤਿਗੁਰ ਤੇ ਜੋ ਮੂੰਹ ਫੇਰੇ, ਮੱਥੇ ਤਿੰਨ ਕਾਲੇ, ਅੰਨ ਦਿਨ ਦੁੱਖ ਕਮਾਉਂਦੇ, ਨਿਤ ਜੋਹੇ ਜਮ ਜਾਲੇ। ਉਹਨਾਂ ਦੇ ਮੱਥੇ ਕਾਲੇ ਹਨ, ਜਿਨ੍ਹਾਂ ਨੇ ਆਪਣੇ ਸਤਿਗੁਰੂ ਜੀ ਵੱਲੋਂ, ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ, ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਵੱਲੋਂ, ਗੁਰਬਾਣੀ ਵੱਲੋਂ, ਗੁਰੂ ਗ੍ਰੰਥ ਸਾਹਿਬ ਜੀ ਵੱਲੋਂ, ਅਕਾਲ ਪੁਰਖ ਪਰਮੇਸ਼ਰ ਜੀ ਵੱਲੋਂ, ਨਿਰੰਕਾਰ ਜੀ ਵੱਲੋਂ
ਮੂੰਹ ਮੋੜ ਲਿਆ। ਉਹਨਾਂ ਦੇ ਮੁਖ ਅਗਲੀ ਹਨ, ਭੈੜੇ ਹਨ। ਅਨ ਦਿਨ ਦੁੱਖ ਕਮਾਉਂਦੇ, ਰਾਤ ਦਿਨ ਉਹ ਦੁੱਖ ਕਮਾਉਂਦੇ ਹਨ। ਇੱਥੋਂ ਤੱਕ ਵੀ ਹੁਕਮ ਹਨ ਗੁਰਬਾਣੀ ਵਿੱਚ, ਹਾਏ ਹਾਏ ਕਰੇ ਦਿਨ ਰਾਤ। ਵਾਹਿਗੁਰੂ, ਹਾਏ ਹਾਏ ਮੂੰਹ ਚੋਂ ਨਿਕਲਦੀ ਹੈ। ਪਿਆਰਿਓ, ਦੋ ਰਾਹ ਯਾਦ ਰੱਖਣੇ ਹਨ, ਇੱਕ ਗੁਰੂ ਵਾਲਾ, ਇੱਕ ਮਨ ਵਾਲਾ। ਮਨ ਜੋ ਕਹਿੰਦਾ ਹੈ, ਜੇ ਉਹ ਕੁਝ ਕੀਤਾ, ਗੁਰੂ ਵੱਲੋਂ ਮੁਖ ਫੇਰ ਲਿਆ, ਫਿਰ ਨਾ ਅੱਖਾਂ ਚੰਗਾ ਦੇਖਣਗੀਆਂ, ਨਾ ਕੰਨ ਚੰਗਾ ਸੁਣਨਗੇ, ਨਾ ਜੀਭਾ ਚੰਗਾ ਬੋਲੇਗੀ, ਨਾ ਪੈਰ ਚੰਗੇ ਪਾਸੇ ਵੱਲ ਤੁਰਨਗੇ, ਨਾ ਪਿਆਰਿਓ ਹੱਥ ਚੰਗੇ ਕਰਮ ਕਰਨਗੇ। ਇਹਨਾਂ ਸਾਰਿਆਂ ਨੂੰ ਮਨ ਦੀ ਡਿਊਟੀ ਹੈ ਕੰਟਰੋਲ ਦੇ ਵਿੱਚ ਰੱਖਣਾ, ਕੰਨਾਂ ਨੂੰ, ਅੱਖਾਂ ਨੂੰ, ਨੱਕਾਂ ਨੂੰ, ਜੀਭਾਂ ਨੂੰ, ਪੈਰਾਂ ਨੂੰ, ਹੱਥਾਂ ਨੂੰ, ਹੋਰ ਸਰੀਰ ਦੇ ਜਿਹੜੇ ਅੰਗ ਹਨ। ਆਵਰ ਮਾਈਂਡ ਇਜ਼ ਆਰਗੇਨਾਈਜ਼ਰ ਆਫ ਦਾ ਬੋਡੀ, ਕਿਉਂਕਿ ਸਾਰੇ ਬੋਡੀ ਨੂੰ ਲੱਗੇ ਹੋਏ ਹਨ। ਕੰਨ, ਅੱਖਾਂ, ਨੱਕ, ਜੀਭਾ, ਹੱਥ, ਉਂਗਲਾਂ। ਉਂਗਲਾਂ ਵੀ ਬੜਾ ਕੰਮ ਕਰਦੀਆਂ ਹਨ। 10 ਉਂਗਲਾਂ ਪੈਰਾਂ ਦੀਆਂ ਹਨ, 10 ਹੱਥਾਂ ਦੀਆਂ ਹਨ। ਉਂਗਲਾਂ ਨੂੰ 9 ਲੱਗੇ ਹੋਏ ਹਨ। ਪੁਰਾਤਨ ਸਮੇਂ ਵਿੱਚ ਕਿਹਾ ਕਰਦੇ ਸਨ, ਗੁਰੂ ਦੇ ਲੜ ਲੱਗੇ ਹੋਏ 10 ਨੌਆਂ ਦੀ ਕਿਰਤ ਕਰਦੇ ਹਨ। ਉਹ ਸ਼ਬਦ ਅੱਜ ਕੱਲ੍ਹ ਕਿੱਥੇ ਚਲੇ ਗਏ। ਮਨ ਜੇ ਜੁੜਿਆ ਹੋਵੇਗਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ, ਮਨ ਜੇ ਗੁਰਬਾਣੀ ਨੂੰ ਸੁਣੇਗਾ, ਇਹਨੂੰ ਸਾਰੀ ਸਮਝ ਪੈ ਜਾਵੇਗੀ। ਆਵਰ ਮਾਈਂਡ ਇਜ਼ ਆਰਗੇਨਾਈਜ਼ਰ ਆਫ ਦਾ ਬੋਡੀ। ਹੁਣ ਬੋਡੀ ਦੇ ਵਿੱਚ ਇਹ ਸਾਰਾ ਕੁਝ ਹੈ ਜੋ ਦੱਸ ਰਹੇ ਨੇ। ਆਪ ਜੀ ਪਾਸ ਬੇਨਤੀ ਕੀਤੀ ਹੈ, ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਸੇ ਅਖੜੀਆਂ ਬਿਆਨ ਜਿਨੀ ਡਿਸੰਦੋ ਮਾਪਰੀ। ਦੁਨੀਆ ਨੂੰ ਤੇ ਸਾਰੀਆਂ ਚੀਜ਼ਾਂ ਨੂੰ ਇਹ ਅੱਖਾਂ ਦੇਖ ਰਹੀਆਂ ਹਨ, ਪਰ ਨਾਨਕ ਸੇ ਅਖੜੀਆਂ ਬਿਆਨ, ਉਹ ਅੱਖਾਂ ਹੋਰ ਹਨ, ਉਹ ਵਿਰਲੀਆਂ ਹਨ ਜਿਹੜੀਆਂ ਆਪਣੇ ਗੁਰੂ ਦੇ ਆ ਕੇ ਦਰਸ਼ਨ ਕਰਦੀਆਂ ਹਨ ਤੇ ਕਹਿੰਦੀਆਂ ਹਨ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਉਂਝ ਤੇ ਸਾਰਾ ਸੰਸਾਰ ਦੁਨੀਆ ਨੂੰ ਤੱਕ ਰਿਹਾ ਹੈ, ਪਰ ਗੁਰੂ ਨੂੰ ਕੌਣ ਤੱਕਦਾ ਹੈ? ਕਿਹੜੀਆਂ ਅੱਖਾਂ ਤੱਕਦੀਆਂ ਹਨ? ਉਂਝ ਤਾਂ ਦੁਨੀਆ ਤੇ ਇਸ ਜੀਭਾ ਨੇ ਰੌਲਾ ਪਾਇਆ ਹੋਇਆ ਹੈ, ਪਰ ਉਹ ਕਿਹੜੀ ਜੀਭਾ ਹੈ ਜਿਹੜੀ ਨਾਮ ਦਾ ਰੌਲਾ ਪਾਉਂਦੀ ਹੈ? ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਝਗੜਿਆਂ ਵਿੱਚ ਦਿਨ ਰਾਤ ਲੰਘ ਰਿਹਾ ਹੈ। ਘਰਾਂ ਵਿੱਚ ਝਗੜੇ, ਪਰਿਵਾਰਾਂ ਵਿੱਚ ਝਗੜੇ, ਸੰਸਾਰ ਵਿੱਚ ਝਗੜੇ। ਝਗੜਾ ਕਰਦਿਆਂ ਅਨ ਦਿਨ ਗੁਜ਼ਰੈ। ਝਗੜਾ ਕਰਦਿਆਂ ਰਾਤ ਦਿਨ ਗੁਜ਼ਰ ਜਾਂਦੀ ਹੈ। ਇੱਕ ਘਰ ਵਿੱਚ ਰਹਿੰਦਿਆਂ ਹੋਇਆਂ ਕੋਈ ਇੱਕ ਦੂਜੇ ਨਾਲ ਨਹੀਂ ਬੋਲਦਾ। ਐਸੇ ਝਗੜਿਆਂ ਦੇ ਸਮੇਂ ਆਏ ਪਏ ਹਨ। ਕਿਉਂ? ਸ਼ਬਦ ਨਾ ਕਰੇ ਵਿਚਾਰ ਗੁਰੂ ਦੇ ਸ਼ਬਦ ਦੀ, ਗੁਰਬਾਣੀ ਦੀ ਵਿਚਾਰ ਨਹੀਂ ਕਰਦੀ। ਗੁਰਬਾਣੀ ਸਮਝਾ ਦਿੰਦੀ ਹੈ, ਬਾਬਾ ਵੈਰ ਨਾ ਕਰੀਐ ਕਾਹੂੰ, ਘਟ ਘਟ ਅੰਤਰ ਪਾਰ ਬ੍ਰਹਮ ਸਮਾਹੂੰ। ਗੁਰਬਾਣੀ ਸਮਝਾ ਦਿੰਦੀ ਹੈ। ਕੀਰਤਨ ਸੁਣੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ
ਘਰ ਤੋਂ ਆਵਾਜ਼ ਆਉਂਦੀ ਹੈ ਪਵਿੱਤਰ ਪਾਵਨ ਗੁਰਬਾਣੀ ਦੀ। ਸਾਇੰਸ ਦੇ ਮੁਤਾਬਕ ਘਰ ਘਰ ਅੱਜ ਕੱਲ੍ਹ ਬੱਚਿਆਂ ਨੇ, ਵੱਡਿਆਂ ਛੋਟਿਆਂ ਸਭਨਾਂ ਨੇ ਡਾਊਨਲੋਡ ਕੀਤੇ ਹੋਏ ਹਨ, ਕਿਉਂਕਿ ਸਮਾਂ ਸਮਰੱਥ ਹੈ। ਕਦੀ ਪੋਥੀਆਂ ਤੇ ਪੜ੍ਹਦੇ ਸੀ, ਗੁਟਕਾ ਸਾਹਿਬਾਂ ਤੇ ਪੜ੍ਹਦੇ ਸੀ। ਹੁਣ ਜਿੱਥੇ ਵੀ ਬੈਠੇ ਹਾਂ, ਸੱਚਖੰਡ ਹਰਿਮੰਦਰ ਸਾਹਿਬ ਜੀ ਤੋਂ ਲਾਈਵ ਕੀਰਤਨ ਕੰਨਾਂ ਦੇ ਵਿੱਚ, ਇਹਨਾਂ ਸਰਵਣਾਂ ਦੇ ਵਿੱਚ ਪੈ ਰਿਹਾ ਹੈ। ਸ਼ਬਦ ਆ ਰਿਹਾ ਹੈ ਕੰਨਾਂ ਦੇ ਵਿੱਚ ਤੇ ਮਨ ਧੋਤਾ ਜਾਂਦਾ ਹੈ ਸ਼ਬਦ ਦੇ ਨਾਲ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਹਰੀ ਨਾਲ, ਵਾਹਿਗੁਰੂ ਨਾਲ ਚਿਤ ਲੱਗਾ ਰਹਿੰਦਾ ਹੈ, ਜੋ ਵੀ ਸੁਣਦੇ ਰਹਿੰਦੇ ਹਨ। ਜਦੋਂ ਮਨ ਕਰਕੇ ਕੀਰਤਨ ਸੁਣੀਦਾ ਹੈ, ਹਰ ਕੀਰਤਨ ਗੁਰਮੁਖ ਜੋ ਸੁਨਤੇ। ਪਿਆਰਿਓ, ਜਿਹੜੇ ਕੀਰਤਨ ਮਨ ਕਰਕੇ ਸੁਣਦੇ ਹਨ, ਉਹ ਤੇ ਵੈਰ ਕਰਦੇ ਹੀ ਨਹੀਂ। ਉਹਨਾਂ ਦੇ ਮਨ ਵਿੱਚੋਂ ਵੈਰ ਮਿਟ ਜਾਂਦਾ ਹੈ। ਉਹਨਾਂ ਦੇ ਮਨ ਵਿੱਚ ਵੈਰ ਰਹਿ ਨਹੀਂ ਜਾਂਦਾ। ਜਿਹੜੇ ਪਵਿੱਤਰ ਪਾਵਨ ਗੁਰਬਾਣੀ ਦਾ ਕੀਰਤਨ ਸੁਣਦੇ ਹਨ, ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਨੂੰ ਸੁਣਦੇ ਹਨ। ਵੈਰ ਵਿਰੋਧਤਾ ਖਤਮ ਹੋ ਜਾਂਦੀ ਹੈ। ਪੜ੍ਹਿਆ ਕਰੋ ਗੁਰਬਾਣੀ ਦੇ ਵਿੱਚੋਂ, ਵੈਰ ਵਿਰੋਧ ਮਿਟਹਿ ਤਿਹ ਮਨ ਤੇ। ਹਰ ਕੀਰਤਨ ਗੁਰਮੁਖ ਜੋ ਸੁਣਤੇ। ਜਿਹੜੇ ਗੁਰੂ ਵੱਲ ਮੁਖ ਹਨ, ਉਹ ਗੁਰੂ ਦਾ ਕੀਰਤਨ ਸੁਣਦੇ ਹਨ। ਕੀਰਤਨ ਵਿੱਚ ਕੀਰਤੀ ਹੈ, ਉਸਤਤ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ। ਵੈਰ ਵਿਰੋਧ ਮਿਟਹਿ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਤੇ ਜੇ ਇਸ ਰਾਹ ਤੇ ਮਨ ਨਹੀਂ ਚੱਲ ਰਿਹਾ, ਮਨ ਆਪਣੇ ਰਾਹ ਤੇ ਚੱਲ ਰਿਹਾ ਹੈ, ਆਪਣੀ ਮੱਤ ਤੇ ਚੱਲ ਰਿਹਾ ਹੈ, ਤਾਂ ਝਗੜਾ ਕਰਦਿਆਂ ਅੰਨ ਦਿਨ ਗੁਜ਼ਰੇ, ਰਾਤ ਦਿਨ ਝਗੜਿਆਂ ਵਿੱਚ ਹੀ ਲੰਘ ਜਾਂਦਾ ਹੈ। ਤੇ ਝਗੜਿਆਂ ਵੇਲੇ ਫਿਰ ਇਹ ਮਨ, ਜਦੋਂ ਝਗੜੇ ਹੁੰਦੇ ਹਨ, ਪਾਣੀ ਪਾਉਣ ਦੀ ਜਗ੍ਹਾ ਤੇਲ ਪਾਉਂਦਾ ਹੈ, ਘਿਓ ਪਾਉਂਦਾ ਹੈ, ਅੱਗ ਨੂੰ, ਲੜਾਈ ਨੂੰ, ਝਗੜੇ ਨੂੰ ਹੋਰ ਮਚਾ ਦਿੰਦਾ ਹੈ। ਅੱਗ ਹੋਰ ਮੱਗ ਜਾਂਦੀ ਹੈ, ਤੇਲ ਘਿਓ ਪਾਉਣ ਦਾ ਕੰਮ ਕਰਦਾ ਹੈ। ਇਹ ਮਨ ਜਦੋਂ ਗੁਰੂ ਦੇ ਰਾਹ ਤੋਂ, ਪਟੜੀ ਤੋਂ, ਰਾਹ ਤੋਂ ਉਤਰ ਜਾਂਦਾ ਹੈ, ਮਨ ਜਦੋਂ ਆਪਣੀਆਂ ਮਰਜ਼ੀਆਂ ਕਰਦਾ ਹੈ, ਵੈਰ ਵਿਰੋਧ ਵਧਾ ਦਿੰਦਾ ਹੈ। ਗੁਰਬਾਣੀ ਸਮਝਾਉਂਦੀ ਹੈ, ਵਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਹਰ ਹਿਰਦੇ ਵਿੱਚ, ਘਟ ਘਟ ਅੰਤਰ ਪਾਰ ਬ੍ਰਹਮ ਸਮਾਹੂ। ਸਾਰਿਆਂ ਦੇ ਵਿੱਚ ਤੇ ਵਾਹਿਗੁਰੂ ਵਸਦੇ ਹਨ, ਤੂੰ ਕਿਹਦੇ ਨਾਲ ਪਿਆ ਵੈਰ ਕਰਦਾ ਹੈ। ਨਾਮ ਜਪਿਆ ਕਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਪੂਰੇ ਗੁਰੂ ਦੀ ਪਵਿੱਤਰ ਪਾਵਨ ਗੁਰਬਾਣੀ ਸੁਣਿਆ ਕਰ। ਗੁਰਬਾਣੀ ਵੀ ਵਿਦਿਆ ਹੈ, ਪਰ ਉਪਕਾਰ ਕਰਨ ਵਾਲੀ। ਗੁਰਮੁਖੀ ਪੜ੍ਹਿਆ ਕਰ, ਵਿਦਿਆ ਵਿਚਾਰੀ ਤਾ ਪਰਉਪਕਾਰੀ। ਸਿੱਖੀ ਸਿੱਖਿਆ ਗੁਰ ਵਿਚਾਰ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਗੁਰਮੁਖੀ ਦੇ ਵਿੱਚ ਹੈ। ਜੇ ਪੜ੍ਹ ਕੇ ਵੀ ਵੈਰ ਵਿਰੋਧ ਕਰਦਾ ਹੈ, ਝਗੜੇ ਕਰਦਾ ਹੈ, ਤਾਂ ਗੁਨਾਹਗਾਰ ਹੈ। ਪੜਿਆ ਹੋਵੇ ਗੁਨਾਹਗਾਰ, ਫਿਰ ਕਾਦੀ ਵਿਦਿਆ ਉਸਨੇ ਪੜ੍ਹੀ ਹੈ।
ਫਿਰ ਕਿਵੇਂ ਵਿਦਿਆ ਨੂੰ ਵਿਚਾਰਿਆ ਹੈ? ਜੇ ਮਨ ਵਿੱਚ ਵੈਰ ਹਨ, ਵਿਰੋਧ ਹਨ, ਝਗੜੇ ਹਨ, ਬੁਰਾਈਆਂ ਹਨ, ਵਿਸ਼ੇ ਹਨ, ਵਿਕਾਰ ਹਨ, ਫਿਰ ਤੇ ਪੜਿਆ ਹੋਇਆ ਵੀ ਗੁਨਾਹਗਾਰ ਹੈ। ਫਿਰ ਉਹ ਪੜਿਆ ਹੋਇਆ ਨਹੀਂ। ਐਵੇਂ ਨਾਮ ਹੈ ਪੜਿਆ ਹੋਇਆ, ਲੇਕਿਨ ਪੜੇ ਹੋਏ ਦਾ ਗਿਆਨ ਕੋਈ ਨਹੀਂ। ਪੜਿਆ ਹੋਵੇ ਗੁਨਾਹਗਾਰ। ਜੇ ਪੜਿਆ ਹੋਇਆ ਵੀ ਗੁਨਾਹਗਾਰ ਹੈ, ਹਾਥ ਦੀਪ ਕੂਏ ਪਰੇ, ਹੱਥ ਵਿੱਚ ਦੀਵਾ ਹੋਵੇ ਤੇ ਫਿਰ ਖੂਹ 'ਚ ਡਿੱਗ ਪਵੇ। ਲੜਾਈਆਂ, ਝਗੜੇ, ਵੈਰ, ਵਿਰੋਧ, ਵਿਸ਼ੇ, ਵਿਕਾਰ, ਲੋਭ, ਲਾਲਚ, ਬੁਰਾਈਆਂ, ਈਰਖਾ, ਜੈਲਸ, ਤਾਤ ਪਰਾਈ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜਿਹਦੇ ਅੰਦਰ ਦੂਜਿਆਂ ਵਾਸਤੇ ਸਾੜਾ ਹੈ, ਈਰਖਾ ਹੈ, ਵੈਰ ਹੈ, ਉਹਦਾ ਤੇ ਕਦੀ ਭਲਾ ਹੁੰਦਾ ਹੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਫਰਮਾਉਂਦੀ ਹੈ, ਉਹ ਤੇ ਆਪ ਹੀ ਸੜਦਾ ਰਹਿੰਦਾ ਹੈ ਆਪਣੀ ਲਾਈ ਹੋਈ ਅੱਗ ਦੇ ਵਿੱਚ। ਆਪ ਹੀ ਜਲ ਜਾਂਦਾ ਹੈ। We burn ourselves. We burn ourselves in the fire of our own anger. ਆਪਣੀ ਲਾਈ ਅੱਗ ਵਿੱਚ ਆਪ ਹੀ ਸੜ ਜਾਈਦਾ ਹੈ। ਕ੍ਰੋਧ ਦੀ ਅੱਗ ਜਿਹੜੀ ਹੈ, ਫਾਇਰ ਆਫ ਐਂਗਰ। ਜਦੋਂ ਪਤੀਲਾ ਉਬਲਦਾ ਹੈ, ਹਾਂਡੀ ਉਬਲਦੀ ਹੈ, ਗੁੱਸੇ ਨਾਲ, ਕ੍ਰੋਧ ਨਾਲ ਜਿਹੜੇ ਮਨ ਉਬਲਦੇ ਹਨ, ਜਿਵੇਂ ਹਾਂਡੀ ਪਤੀਲਾ ਆਪਣੇ ਕੰਢੇ ਆਪ ਸਾੜ ਲੈਂਦਾ ਹੈ, ਪਾਣੀ ਉਬਲ ਉਬਲ ਕੇ ਉਹਦੇ ਕੰਢੇ ਆਪਣੇ ਆਪ ਹੀ ਸੜ ਜਾਂਦੇ ਹਨ। ਤਿਵੇਂ ਜਿਹੜਾ ਮਾਨਸ ਕ੍ਰੋਧ ਵਿੱਚ ਉਬਲਦਾ ਹੈ, ਉਸ ਦੇ ਆਪਣੇ ਹੀ ਕੰਢੇ ਸੜ ਜਾਂਦੇ ਹਨ, ਆਪ ਹੀ ਉਹਦੇ ਵਿੱਚ ਜਲਦਾ ਹੈ। ਸਾਰਿਆਂ ਨੂੰ ਸਤਿਗੁਰੂ ਜੀ ਸਮਝਾਉਂਦੇ ਹਨ, ਕਾਮ ਕ੍ਰੋਧ ਜਲਿਆ ਸੰਸਾਰੇ, ਪੂਰਾ ਸੰਸਾਰ ਜਲ ਰਿਹਾ ਹੈ ਕਾਮ ਦੀ ਅੱਗ ਵਿੱਚ, ਕ੍ਰੋਧ ਗੁੱਸੇ ਦੀ ਅੱਗ ਵਿੱਚ। ਇਸ ਤੋਂ ਬਚੋ, ਨਹੀਂ ਤੇ ਬੰਦਾ ਆਪ ਹੀ ਜਲ ਜਾਂਦਾ ਹੈ, ਸੜ ਜਾਂਦਾ ਹੈ। ਅਸੀਂ ਸਾਰੇ ਜੇ ਗੁਰੂ ਦੇ ਰਾਹ ਤੇ ਨਹੀਂ ਚੱਲਦੇ ਤੇ ਇਹ ਹਾਲਤ ਹੁੰਦੀ ਹੈ। ਸੜ ਰਹੇ ਹਾਂ। We are burning ourselves in the fire of our own anger. ਕੋਈ ਨਹੀਂ ਸਾਨੂੰ ਸਾੜ ਰਿਹਾ, ਆਪਣੇ ਗੁੱਸੇ ਦੀ ਅੱਗ ਵਿੱਚ। ਘਰਾਂ ਵਿੱਚ ਗੁੱਸੇ, ਪਰਿਵਾਰਾਂ ਵਿੱਚ ਗੁੱਸੇ, ਪਿੰਡਾਂ ਵਿੱਚ ਗੁੱਸੇ, ਸ਼ਹਿਰਾਂ ਵਿੱਚ ਗੁੱਸੇ, ਉਹਦੇ ਵਿੱਚ ਆਪ ਹੀ ਜਲ ਜਾਂਦੇ ਹਾਂ। ਕਾਰਨ ਕੀ? ਗੁਰਬਾਣੀ ਤੋਂ ਦੂਰ ਹੋ ਜਾਂਦੇ ਹਾਂ। ਰਾਤ ਦਿਨ ਝਗੜਿਆਂ ਵਿੱਚ ਹੀ ਲੰਘ ਜਾਂਦਾ ਹੈ। ਪਾਣੀ ਪਾਉਣ ਦੀ ਬਜਾਏ ਤੇਲ ਘਿਓ ਪਾਉਂਦੇ ਰਹਿੰਦੇ ਹਾਂ, ਅੱਗ ਹੋਰ ਮਚਦੀ ਹੈ। ਝਗੜਾ ਕਰਦਿਆਂ ਅਨਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਨਹੀਂ ਕਰਦੇ। ਧੰਨ ਹਨ ਉਹ ਪੰਖੀ ਜਿਹੜੇ ਕੰਕਰ ਚੁੱਗ ਕੇ, ਪੱਥਰ ਚੁੱਗ ਕੇ ਸਾਰੀ ਸਾਰੀ ਰਾਤ ਆਲਣਿਆਂ ਦੇ ਵਿੱਚ ਕੱਟ ਦਿੰਦੇ ਹਨ। ਦਰਖਤਾਂ ਤੇ ਉਹਨਾਂ ਨੇ ਆਲਣੇ ਬਣਾਏ ਹੋਏ ਹੁੰਦੇ ਹਨ, ਡਾਲੀਆਂ ਤੇ ਟਾਹਣੀਆਂ ਤੇ ਬੈਠੇ ਹੁੰਦੇ ਹਨ। ਨੀਂਦ ਵੀ ਆ ਜਾਂਦੀ ਹੈ, ਪਰ ਵਾਹਿਗੁਰੂ ਉਹਨਾਂ ਨੂੰ ਡਿੱਗਣ ਨਹੀਂ ਦਿੰਦੇ, ਕਿਉਂਕਿ ਮਨ ਕਰਕੇ ਉਹ ਪਰਮਾਤਮਾ ਨਾਲ ਜੁੜੇ ਹੋਏ ਹੁੰਦੇ ਹਨ। ਆਕਾਸ਼ ਵਿੱਚ ਵੀ ਜੇ ਉੱਡਦੇ ਹਨ, ਸਾਹ ਵੀ ਨਹੀਂ ਲੈਂਦੇ, ਮਾਲਕ ਦੇ ਆਸਰੇ ਤੁਰੇ ਜਾਂਦੇ ਹਨ। ਹਵਾਈ ਜਹਾਜ਼ ਦਾ ਪੱਖਾ ਵੀ ਜ਼ੋਰ ਨਾਲ ਚੱਲਦਾ ਹੈ, ਹਵਾ ਪੈਦਾ ਕਰਦਾ ਹੈ, ਤਾਂ ਹਵਾਈ ਜਹਾਜ਼ ਉੱਡਦਾ ਹੈ। ਪਰ ਪੰਖੀ ਭੌਂਦੀਆਂ ਲੈਣ ਨਾ ਸਾਹ, ਉਹਨਾਂ ਨੂੰ ਆਸਰਾ ਮਾਲਕ ਦਾ ਹੁੰਦਾ ਹੈ। ਸਾਹ ਵੀ ਬੰਦ ਕਰ ਲੈਂਦੇ ਹਨ। ਆਸਾ ਜੀ ਦੀ ਵਾਰ ਪੜਿਆ ਕਰੋ, ਪੰਖੀ
ਪਾਉਂਦੀਆਂ ਲੈਣ ਨਾ ਸਾਹ ਵੀ ਨਹੀਂ ਲੈਂਦੇ, ਪਰ ਚਿੱਤ ਜੋੜਿਆ ਹੁੰਦਾ ਹੈ ਪਰਮੇਸ਼ਰ ਵੱਲ, ਅਕਾਲ ਪੁਰਖ ਵਾਹਿਗੁਰੂ ਜੀ ਵੱਲ, ਜਿਨ੍ਹਾਂ ਨੇ ਅੰਡਜ ਤੋਂ ਉਹਨਾਂ ਦੀ ਉਤਪਤੀ ਕੀਤੀ ਹੈ। ਉਹ ਜੁੜੇ ਹੁੰਦੇ ਹਨ ਪਰਮੇਸ਼ਰ ਨਾਲ। ਤੇ ਪਿਆਰਿਓ, ਅਡੋਲ ਪਤਾ ਨਹੀਂ ਕਿੰਨੇ ਕਿੰਨੇ ਮੀਲ ਸਫ਼ਰ ਕਰ ਜਾਂਦੇ ਹਨ ਸਾਹ ਬੰਦ ਕਰਕੇ। ਫਰੀਦਾ ਹਾਂ ਬਲਿਹਾਰੀ ਤਿੰਨ ਪੰਖੀਆਂ। ਬਾਬਾ ਫਰੀਦ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਉਹਨਾਂ ਪੰਖੀਆਂ ਤੋਂ। ਐ ਬੰਦਿਆ, ਤੂੰ ਵੀ ਕੁਝ ਸਿੱਖ ਲੈ, ਗੁਰੂ ਦੀ ਪਵਿੱਤਰ ਪਾਵਨ ਗੁਰਬਾਣੀ ਤੋਂ ਸਭਨਾਂ ਨੂੰ ਸਮਝਾ ਰਹੀ ਹੈ। ਤੇਰਾ ਤੇ ਘਰਾਂ ਵਿੱਚ ਵਾਸਾ ਹੈ, ਸੋਹਣੇ ਸੋਹਣੇ ਬਿਸਤਰੇ ਹਨ, ਸਰਾਣੇ ਹਨ, ਬਲੈਂਕਟ ਹਨ। ਜਿੱਥੇ ਜੋੜਾ ਰੱਖਿਆ ਹੋਇਆ ਹੈ ਉੱਥੇ ਵੀ ਕੁਝ ਰੱਖਿਆ ਹੋਇਆ ਹੈ, ਮੇਰਾ ਜੋੜਾ ਨਾ ਮੈਲਾ ਹੋ ਜਾਵੇ। ਉਹਨਾਂ ਪੰਛੀਆਂ ਵੱਲ ਦੇਖ ਕੇ, ਪੰਖੀਆਂ ਵੱਲ ਦੇਖ ਕੇ ਕੁਝ ਸਿੱਖ ਲੈ। ਫਰੀਦਾ ਹਾਂ ਬਲਿਹਾਰੀ ਤਿੰਨ ਪੰਖੀਆਂ। ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਕੰਕਰ ਚੁਗ ਕੇ ਆ ਪੱਥਰ ਜਿਹੜੇ ਨਿੱਕੇ 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 ਨਿੱਕੇ, ਇਹਨਾਂ ਨਾਲ ਹੀ ਢਿੱਡ ਭਰ ਲੈਂਦੇ ਹਨ। ਜੰਗਲਾਂ ਦੇ ਵਿੱਚ ਉਹਨਾਂ ਦਾ ਵਾਸ ਹੈ। ਉਹਨਾਂ ਟਾਹਣੀਆਂ ਤੇ ਉਹਨਾਂ ਦੇ ਆਲਣੇ ਹਨ, ਸੁੱਤੇ ਪਿਆਂ ਵੀ ਵਾਹਿਗੁਰੂ ਉਹਨਾਂ ਨੂੰ ਡਿੱਗਣ ਨਹੀਂ ਦਿੰਦੇ, ਅਡੋਲ ਪਏ ਰਹਿੰਦੇ ਹਨ। ਡਿੱਗਣ ਦਾ ਡਰ ਨਹੀਂ ਰਹਿੰਦਾ ਮਨ ਵਿੱਚ, ਕਿਉਂਕਿ ਭਰੋਸਾ ਰਹਿੰਦਾ ਹੈ ਮਾਲਕ ਤੇ, ਅਕਾਲ ਪੁਰਖ ਜੀ ਤੇ। ਨੀਂਦ ਵਿੱਚ ਵੀ ਵਾਹਿਗੁਰੂ ਉਹਨਾਂ ਨੂੰ ਉਹਨਾਂ ਟਾਹਣੀਆਂ ਤੋਂ ਨਹੀਂ ਸੁੱਟਦੇ। ਨਾਮ ਜਪਿਆ ਕਰੋ। ਦਾਸ ਦਿਲਬਾਗ ਸਿੰਘ ਪਾਸੋਂ ਕਥਾ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਦਾਸਰਾ ਖਿਮਾ ਮੰਗਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਖਿਮਾ ਕਰ ਦਿਓ। ਸੰਗਤ ਰੱਬ ਦਾ ਰੂਪ ਹੈ, ਖਿਮਾ ਕਰ ਦਿਓ। ਭੁੱਲਾਂ ਨਾ ਚਿਤਾਰਣੀਆਂ, ਤੁਕ ਲਾ ਕੇ ਨਾ ਅੱਗੇ ਪਿੱਛੇ ਮੇਰੇ ਕੋਲੋਂ ਪੜ੍ਹਿਆ ਜਾਂਦਾ ਹੈ। ਨਾਮ ਜਪਿਆ ਕਰੋ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।